ਵਿਜੀਲੈਂਸ ਵੱਲੋਂ ਬੀਤੇ ਦਿਨੋਂ ਭਾਰਤ ਭੂਸ਼ਣ ਆਸ਼ੂ ਸਾਬਕਾ ਮੰਤਰੀ ਨੂੰ ਜਿਹੜਾ ਕਿ ਸਲੂਨ ਤੋਂ ਗ੍ਰਿਫਤਾਰ ਹੈ ਜਿਹੜਾ ਕਰ ਲਿੱਤਾ ਗਿਆ ਜਦੋਂ ਐਡਾ ਕਰਪਟ ਬੰਦਾ ਜੂਨ 2018 ਵਿੱਚ ਰਕੇਸ਼ ਸਿੰਗਲਾ ਜੀ ਨੂੰ ਮੰਤਰੀ ਸਾਹਿਬ CVC ਦਾ ਚੇਅਰਮੈਨ ਲਗਾ ਦਿੰਦੇ ਆ ਤੁਸੀਂ ਕੈਨੇਡਾ 'ਚ ਬਿਨਾਂ ਦੱਸੇ PR ਹੋ ਤੁਸੀਂ ਕਦੇ ਵੀ ਇਲੀਗਲੀ ਮਨੀ ਲੈ ਕੇ ਇੱਥੋਂ ਭੱਜ ਸਕਦੇ ਹੋ ਤੇ ਤੁਹਾਡਾ ਜਿਹੜਾ VRS ਦਾ ਪ੍ਰਪੋਜ਼ਲ ਹੈ ਰਿਫਿਊਜ਼ਲ ਕਰ ਦਿੱਤਾ ਜਾਂਦਾ 20 ਦੀ ਪਾਲਿਸੀ ਆਉਂਦੀ ਹੈ 20 ਦੀ ਪਾਲਿਸੀ ਦੇ ਵਿੱਚ ਜਿਵੇਂ ਆਪਾਂ ਪੰਜਾਬੀ ਦਾ ਕਹੀਏ ਵੱਡਾ ਛਾਨਣਾ ਲਾ ਕੇ 90% ਠੇਕੇਦਾਰ ਕੰਪੀਟੀਸ਼ਨ ਤੋਂ ਹੀ ਬਾਹਰ ਕਰ ਦਿੱਤੇ ਗਏ ਕਿਉਂਕਿ ਇਹਨਾਂ ਦੀ ਉਹਨਾਂ ਨਾਲ ਡੀਲ ਹੋਈ ਸੀ ਵੀ ਅਸੀਂ ਤੁਹਾਨੂੰ ਪਬਲਿਕ ਮਨੀ ਡਰੇਨੇਜ ਸਰਕਾਰ ਦੇ ਪੈਸੇ ਦੀ ਨਿਕਾਸੀ ਕਰਾ ਕੇ ਦੇਵਾਂਗੇ ਤੁਸੀਂ ਸਾਨੂੰ ਕਿੰਨਾ ਹਿੱਸਾ ਦਿਓਗੇ ਇੱਕ ਦਬੀ ਹੋਈ ਬਿੱਲੀ ਮੰਗਣ ਆਰਾਮ ਨਾਲ ਬੈਠ ਕੇ ਦੇਖਣਾ ਚਾਹੁੰਦੇ ਸੀ ਵੀ ਕੀ ਹੋ ਰਿਹਾ ਸਕਰੋਲ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ। ਮੈਂ ਹਾਂ ਸੌਰਵ ਅਰੋੜਾ। ਲੁਧਿਆਣਾ ਦੇ ਵਿੱਚ ਵਿਜੀਲੈਂਸ ਵੱਲੋਂ ਬੀਤੇ ਦਿਨੋਂ ਭਾਰਤ ਭੂਸ਼ਣ ਆਸ਼ੂ ਸਾਬਕਾ ਮੰਤਰੀ ਨੂੰ ਜਿਹੜਾ ਕਿ ਸਲੂਨ ਤੋਂ ਗ੍ਰਿਫਤਾਰ ਹੈ ਜਿਹੜਾ ਕਰ ਲਿੱਤਾ ਗਿਆ। ਜਿਸ ਬੰਦੇ ਦੀ ਜਿਹੜੀ ਗਵਾਹੀ ਸੀ, ਜਿਸ ਬੰਦੇ ਨੇ ਕੰਪਲੇਂਟ ਦਿੱਤੀ ਸੀ, ਉਹ ਸਾਡੇ ਨਾਲ ਹੈ, ਉਹਨਾਂ ਨਾਲ ਗੱਲਬਾਤ ਕਰਦੇ ਆ। ਗੁਰਪ੍ਰੀਤ ਜੀ, ਤੁਹਾਡੇ ਵੱਲੋਂ ਕੰਪਲੇਂਟ ਸੀਗੀ ਤੇ ਕੰਪਲੇਂਟ ਹੈ ਕੀ ਸੀ? ਸਰ ਸਾਡੀ ਕੰਪਲੇਂਟ ਸੀ ਟੈਂਡਰ ਤੋਂ ਰਿਲੇਟਡ। ਅਸੀਂ ਮੰਡੀਆਂ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਲੇਬਰ ਟਰਾਂਸਪੋਰਟ ਦਾ ਕੰਮ ਕਰਦੇ ਹਾਂ। ਅਸੀਂ ਲੇਬਰ ਪ੍ਰੋਵਾਈਡ ਕਰਦੇ ਹਾਂ ਸੀਜ਼ਨ ਵਾਈਜ਼, ਕੁਝ ਹੋਰ ਸਾਲ ਦੇ ਅਦਰ ਪੀਰੀਅਡ ਦੇ ਵਿੱਚ, ਤੇ ਟਰਾਂਸਪੋਰਟ ਪ੍ਰੋਵਾਈਡ ਕਰਦੇ ਹਾਂ। ਇਹ ਕੰਮ ਬਹੁਤ ਅੱਛਾ ਚੱਲ ਰਿਹਾ ਸੀ, ਕੋਈ ਦਿੱਕਤ ਨਹੀਂ ਸੀ। ਮੰਤਰੀ ਸਾਹਿਬ 2018 ਦੇ ਵਿੱਚ ਬਣਦੇ ਨੇ। 17 ਦੇ ਟੈਂਡਰ ਪਹਿਲਾਂ ਸ਼ਾਇਦ ਇਹਨਾਂ ਕੋਲ ਡਿਪਾਰਟਮੈਂਟ ਨਹੀਂ ਸੀ, ਕਿੰਨਾ ਕੋਲ ਸੀ, ਮੇਬੀ ਸ਼ਾਇਦ ਕੈਪਟਨ ਸਾਹਿਬ ਕੋਲ ਸੀ, ਹੋ ਸਕਦਾ ਕਿਸੇ ਹੋਰ ਕੋਲ ਹੋਵੇ। ਉਹਨਾਂ ਨੇ ਕੀਤੇ 18 ਦੇ ਵੀ ਉਹਨਾਂ ਨੇ ਕੀਤੇ, ਟੈਂਡਰ ਹੋਣ ਤੋਂ ਬਾਅਦ ਆਏ ਸੀ। ਇਹਨਾਂ ਨੇ ਟੈਂਡਰ ਕੀਤੇ 19 ਦੇ, 20 ਦੇ, 21 'ਚ ਐਕਸਟੈਂਡ ਕਰ ਦਿੱਤਾ ਗਿਆ ਟੈਂਡਰ ਕਰੋਨਾ ਦਾ ਬਹਾਨਾ ਲਗਾ ਕੇ। 22 ਦੇ ਇਹਨਾਂ ਨੇ 4 ਟੈਂਡਰ ਕੀਤੇ। 19 ਦੇ ਟੈਂਡਰ ਇਹਨਾਂ ਦੇ ਸਹੀ ਸੀ, ਕੋਈ ਪ੍ਰੋਬਲਮ ਨਹੀਂ। 20 ਦੇ ਵਿੱਚ ਇਹਨਾਂ ਨੇ ਜੋ ਡਿਪਾਰਟਮੈਂਟ ਨੇ ਇੱਕ ਆਫੀਸ਼ੀਅਲ ਡਿਪਟੀ ਡਾਇਰੈਕਟਰ ਡਿਸਮਿਸ ਕੀਤਾ, ਉਹਨਾਂ ਨੂੰ ਇਹ ਸਪੈਸ਼ਲ ਲੈ ਕੇ ਆਏ। ਉਹ ਉਸ ਤੋਂ ਪਹਿਲਾਂ ਡਿਪਾਰਟਮੈਂਟ ਕੋਲੋਂ VRS ਮੰਗਦੇ ਆ, ਜਿਹਦੇ ਵਿੱਚ ਇੱਕ ਚੀਫ ਸੈਕਟਰੀ ਆਪਣੇ ਆਰਡਰ ਕਰਦੇ ਨੇ ਕਿ ਤੁਸੀਂ 85 ਕਰੋੜ ਦੇ 5 ਚਾਰਜਸ਼ੀਟਾਂ ਦੇ ਵਿੱਚ ਚਾਰਜਸ਼ੀਟ ਹੋ ਤੇ ਤੁਹਾਡੇ ਅਲੱਗ-ਅਲੱਗ ਐਡਰੈਸ ਹੈ, ਸਾਤੋਂ ਤੁਹਾਡੇ ਤੱਕ ਪਹੁੰਚ ਨਹੀਂ ਹੁੰਦੀ, ਤੁਸੀਂ ਕੈਨੇਡਾ 'ਚ ਬਿਨਾਂ ਦੱਸੇ PR ਹੋ, ਤੁਸੀਂ ਕਦੇ ਵੀ ਇਲੀਗਲੀ ਮਨੀ ਲੈ ਕੇ ਇੱਥੋਂ ਭੱਜ ਸਕਦੇ ਹੋ ਤੇ ਤੁਹਾਡਾ ਜਿਹੜਾ VRS ਦਾ ਪ੍ਰਪੋਜ਼ਲ ਹੈ ਰਿਫਿਊਜ਼ਲ ਕਰ ਦਿੱਤਾ ਜਾਂਦਾ। ਜਦੋਂ ਐਡਾ ਕਰਪਟ ਬੰਦਾ ਉਹਨੂੰ ਮੰਤਰੀ ਸਾਹਿਬ ਆਉਂਦੇ ਹੀ ਅਪ੍ਰੈਲ ਵਿੱਚ 2018 ਵਿੱਚ ਮੰਤਰੀ ਸਾਹਿਬ ਬਣਦੇ ਨੇ। ਜੂਨ 2018 ਵਿੱਚ ਰਕੇਸ਼ ਸਿੰਗਲਾ ਜੀ ਨੂੰ ਮੰਤਰੀ ਸਾਹਿਬ CVC ਦਾ ਚੇਅਰਮੈਨ ਲਗਾ ਦਿੰਦੇ ਆ। ਸੈਂਟਰਲ ਵਿਜੀਲੈਂਸ ਕਮੇਟੀ ਡਿਪਾਰਟਮੈਂਟ ਦੀ ਜਿਹੜੀ ਆਪਣੀ ਵਿਜੀਲੈਂਸ ਕਮੇਟੀ ਹੁੰਦੀ ਆ, ਉਹ ਹਾਈ ਕੋਰਟ ਦੇ ਆਰਡਰਾਂ ਤੇ ਬਣੀ ਸੀ। ਉਹਦਾ ਕੰਮ ਹੈ ਪੰਜਾਬ ਦੀ ਕਣਕ ਦੀ ਦੇਖ ਰੇਖ ਕਰਨਾ ਤੇ ਸਾਂਭ ਸੰਭਾਲ। ਜੋ ਦੇਖ ਰੇਖ ਹੋ ਰਹੀ ਆ ਪਿਛਲੇ ਕੁਝ ਦਿਨਾਂ 'ਚ ਰੋਜ਼ ਮੀਡੀਆ 'ਚ ਤੁਹਾਨੂੰ ਦੂਜੇ ਚੌਥੇ 10ਵੇਂ ਦਿਨ ਖਬਰ ਮਿਲ ਜਾਂਦੀ ਹੈ, ਫਲਾਣੇ ਸੈਂਟਰ ਤੇ ਫਲਾਣੇ ਜਗ੍ਹਾ 'ਚ ਇੰਨੀ ਕਣਕ ਘਟ ਗਈ, ਇੰਨੀ ਚੋਰੀ। ਇਹ ਤੁਹਾਡੇ ਜੱਗ ਜ਼ਾਹਿਰ ਹੈ ਕਿ ਉਹਨਾਂ ਨੇ ਕਿੰਨੀ ਅੱਛੀ ਦੇਖ ਰੇਖ ਕੀਤੀ। ਨਾਲੇ ਉਸ ਸੀਟ ਤੇ ਸਾਰਿਆਂ ਨਾਲੋਂ ਇਮਾਨਦਾਰ ਬੰਦਾ, ਬੇਦਾਗ ਬੰਦਾ ਲੱਗਣਾ ਚਾਹੀਦਾ ਸੀ, ਇੱਦਾਂ ਦਾ ਦਾਗੀ ਸ਼ਖਸ ਨਹੀਂ। ਦੂਸਰੇ ਨੰਬਰ 'ਤੇ ਜਨਵਰੀ 2019 ਵਿੱਚ 20 ਦੀ ਪਾਲਿਸੀ ਲਈ ਉਹਨਾਂ ਨੂੰ ਸਾਡਾ ਕੰਮ ਐਡੀਸ਼ਨਲ ਦਿੱਤਾ ਜਾਂਦਾ। 20 ਦੇ ਵਿੱਚ 19 ਦੇ ਵਿੱਚ 20 ਦੀ ਪਾਲਿਸੀ ਲਈ ਉਹਨਾਂ ਨੂੰ ਸਾਡਾ ਕੰਮ ਐਡੀਸ਼ਨਲ ਦਿੱਤਾ ਜਾਂਦਾ। ਉਸ ਤੋਂ ਬਾਅਦ ਉਹਨਾਂ ਨੂੰ ਕਰੇਟਾਂ ਦਾ ਡਿਪਾਰਟਮੈਂਟ ਦਾ ਕੰਮ ਦਿੱਤਾ ਜਾਂਦਾ ਫਰਵਰੀ 2019 ਵਿੱਚ। ਤਿੰਨੇ ਸੈਂਸਿਟਿਵ ਕੰਮ ਪੈਸੇ ਵਾਲੇ ਉਹਨਾਂ ਨੂੰ ਦੇ ਦਿੱਤੇ ਜਾਂਦੇ ਨੇ। ਚਲੋ ਇੱਥੇ ਤੱਕ ਤਾਂ ਕੋਈ ਗੱਲ ਨਹੀਂ, ਚੱਲਦਾ ਰਹਿੰਦਾ, ਡਿਪਾਰਟਮੈਂਟ ਦੀਆਂ ਗੱਲਾਂ ਨੇ। ਉਸ ਤੋਂ ਬਾਅਦ 20 ਦੇ ਵਿੱਚ ਪਾਲਿਸੀ ਬਣ ਕੇ ਆਉਂਦੀ ਆ। ਸਿੰਗਲਾ ਸਾਹਿਬ ਦੀ ਬਹੁਤ ਪੁਰਾਣੀ ਇਸ ਡਿਪਾਰਟਮੈਂਟ 'ਚ ਗੱਲਬਾਤ ਸੀ। ਉਹ ਅੱਛੀ ਤਰ੍ਹਾਂ ਠੇਕੇਦਾਰਾਂ ਨੂੰ ਵੀ ਜਾਣਦੇ ਸੀ, ਡਿਪਾਰਟਮੈਂਟ ਨੂੰ ਵੀ ਜਾਣਦੇ ਸੀ, ਲੂਪੋਲ ਵੀ ਜਾਣਦੇ ਸੀ ਤੇ ਮੰਤਰੀ ਸਾਹਿਬ ਨੂੰ ਵੀ ਜਾਣਦੇ ਸੀ। 20 ਦੀ ਪਾਲਿਸੀ ਆਉਂਦੀ ਆ। 20 ਦੀ ਪਾਲਿਸੀ ਦੇ ਵਿੱਚ ਜਿਵੇਂ ਆਪਾਂ ਪੰਜਾਬੀ ਦਾ ਕਹੀਏ ਵੱਡਾ ਛਾਨਣਾ ਲਾ ਕੇ 90% ਠੇਕੇਦਾਰ ਕੰਪੀਟੀਸ਼ਨ ਤੋਂ ਹੀ ਬਾਹਰ ਕਰ ਦਿੱਤੇ ਗਏ। 90% ਜਿਹੜੇ 5% ਬਚੇ ਉਹ ਵੱਡੇ ਕਲਸਟਰਾਂ ਦਾ ਬਹਾਨਾ ਬਣਾ ਕੇ, ਜਦਕਿ ਇਹ ਡਿਪਾਰਟਮੈਂਟ ਦੀ ਆਪਣੀ ਪਾਵਰ ਸੀ, ਉਹ ਕਲਸਟਰ 1 ਦੇ 10 ਵੀ ਬਣਾ ਸਕਦੀ ਸੀ, ਜਿੰਨੇ ਮਰਜ਼ੀ ਛੋਟੇ ਕਰ ਲੈਂਦੇ, ਉਹਨਾਂ ਦੇ ਅਧਿਕਾਰ ਸੀ। ਪਰ ਇਹ ਕਿਸੇ ਨੇ ਨਹੀਂ ਸੋਚਿਆ ਕਿ ਅਸੀਂ ਕੰਪੀਟੀਸ਼ਨ ਕਰਾਉਣਾ ਹੈ। 5-6% ਉੱਥੇ ਠੇਕੇਦਾਰ ਇਹਨਾਂ ਨੇ ਬਾਹਰ ਕੱਢ ਦਿੱਤੇ। ਜਿਹੜੇ 2-4% ਬਚੇ ਵੀ ਉਹ ਇਹਨਾਂ ਨੇ ਛੋਟੇ-ਮੋਟੇ ਬਹਾਨੇ ਲਾ ਕੇ ਸਾਰੇ ਟੈਂਡਰ ਕੈਂਸਲ ਕਰ ਦਿੱਤੇ। ਕੈਂਸਲ ਕਰਨ ਤੋਂ ਬਾਅਦ, ਕੈਂਸਲ ਕਰਨ ਤੱਕ ਤਾਂ ਕੋਈ ਦਿੱਕਤ ਨਹੀਂ ਸੀ, ਇਹਨਾਂ ਨੇ ਸਾਰੇ ਟੈਂਡਰ ਫੁੱਲ ਜੋ ਡਿਪਾਰਟਮੈਂਟ ਲਾਸਟ ਲਾਈਨ ਵਾਲੇ ਰੇਟ ਨੇ ਉੱਥੇ ਤੱਕ ਪੂਰੇ ਪੰਜਾਬ ਦੇ ਲਗਭਗ ਸਾਰੇ ਸੈਂਟਰ ਪੂਰੇ ਪੰਜਾਬ ਦੇ ਇਹਨਾਂ ਨੇ ਅਵਾਰਡ ਕੀਤੇ ਤੇ ਉਹਨਾਂ ਨੂੰ ਦਿੱਤੇ। ਕਿਉਂ ਕੀਤੇ? ਉਹਦਾ ਕਾਰਨ ਬੇਸਿਕਲੀ ਇਹ ਸੀ
ਕਿਉਂਕਿ ਇਹਨਾਂ ਦੀ ਉਹਨਾਂ ਨਾਲ ਡੀਲ ਹੋਈ ਸੀ ਵੀ ਅਸੀਂ ਤੁਹਾਨੂੰ ਪਬਲਿਕ ਮਨੀ ਡਰੇਨੇਜ ਸਰਕਾਰ ਦੇ ਪੈਸੇ ਦੀ ਨਿਕਾਸੀ ਕਰਾ ਕੇ ਦੇਵਾਂਗੇ, ਤੁਸੀਂ ਸਾਨੂੰ ਕਿੰਨਾ ਹਿੱਸਾ ਦਿਓਗੇ। ਇਹ ਸਾਰਾ ਇਸ ਤਰੀਕੇ ਨਾਲ ਬੜਾ ਪ੍ਰੀ ਪਲਾਨ ਤਰੀਕੇ ਨਾਲ ਕੰਮ ਹੋਇਆ ਤੇ ਇਹ ਸਾਡੀ ਕੰਪਲੇਂਟ ਅਸੀਂ ਅਲੱਗ-ਅਲੱਗ ਸਮੇਂ ਵਿੱਚ 2020 ਚ ਅਲੱਗ-ਅਲੱਗ ਡਿਸਟ੍ਰਿਕਟ ਤੋਂ ਕੀਤੀ, 2021 ਚ ਚੰਡੀਗੜ੍ਹ ਪ੍ਰੈਸ ਕਾਨਫਰੰਸ ਦੇ ਵਿੱਚ ਪ੍ਰੈਸ ਕਲੱਬ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ, 2021 ਦਸੰਬਰ ਦੇ ਵਿੱਚ ਅਸੀਂ ਲੁਧਿਆਣਾ ਪ੍ਰੈਸ ਕਾਨਫਰੰਸ ਕੀਤੀ, ਪਰ ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿਆ। ਕਿਉਂ? ਮੰਤਰੀ ਸਾਹਿਬ ਨੂੰ ਸੋਚਣਾ ਚਾਹੀਦਾ ਸੀ ਐਸਾ ਕਿਉਂ ਹੋ ਰਿਹਾ, ਬਾਰ-ਬਾਰ ਇੱਕ ਐਲੀਗੇਸ਼ਨ ਉੱਠ ਰਹੇ ਆ, ਉਹਦੇ ਤੇ ਉਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਸੀ। ਕਿਉਂ ਚੁੱਪ ਰਹੇ ਹੋ? ਡਿਪਾਰਟਮੈਂਟ ਦੇ ਬਜਟ ਤੇ ਕੰਟਰੋਲ ਕਿਉਂ ਨਹੀਂ ਕੀਤਾ ਗਿਆ? ਘੱਟ ਠੇਕੇਦਾਰਾਂ ਨੂੰ ਹੀ ਕੰਮ ਕਿਉਂ ਦਿੱਤਾ ਗਿਆ? ਵੱਡੇ ਕਲਸਟਰ ਕਿਉਂ ਬਣਾਏ ਗਏ? ਸਪੈਸ਼ਲ ਪਾਲਿਸੀ ਕਿਉਂ ਬਣਾਈ? ਕਿਉਂ ਨਹੀਂ ਬੋਲੇ ਹੋ? ਬਿਲਕੁਲ ਸਾਇਲੈਂਟ ਰਹੇ। ਇਹਨੂੰ ਆਪਾਂ ਇੱਕ ਗੱਲ ਕਹੀਏ ਟੈਕਨੀਕਲੀ, ਇਹਨੂੰ ਕੋਰਟ ਦੀ ਭਾਸ਼ਾ 'ਚ ਕਿਹਾ ਜਾਂਦਾ ਸਾਇਲੈਂਟ ਐਕਸੈਪਟ। ਕਿਤੇ ਨਾ ਕਿਤੇ ਸਾਇਲੈਂਟ ਐਕਸੈਪਟ ਕਰਕੇ ਇੱਕ ਦਬੀ ਹੋਈ ਬਿੱਲੀ ਮੰਗਣ ਆਰਾਮ ਨਾਲ ਬੈਠ ਕੇ ਦੇਖਣਾ ਚਾਹੁੰਦੇ ਸੀ ਵੀ ਕੀ ਹੋ ਰਿਹਾ। ਚਲੋ ਉਹਨਾਂ ਨੇ ਜੋ ਵੀ ਜਿਸ ਤਰੀਕੇ ਨਾਲ ਕੀਤਾ ਕਰ ਲਿਆ, ਪਰ ਉੱਚੇ ਰੇਟ ਦੇਣ ਦੇ ਨਾਲ ਸਰਕਾਰ ਦਾ ਬਜਟ ਬੜਾ ਹਾਈ ਹੋਇਆ, ਜਿਸ ਤੇ ਅਸੀਂ ਪ੍ਰੋਟੈਸਟ ਦਾ ਸਾਨੂੰ ਕੋਈ ਅਸਰ ਨਹੀਂ ਹੋਇਆ। ਅਸੀਂ ਲਾਸਟ 2 ਮਾਰਚ 2022 ਨੂੰ ਵਿਜੀਲੈਂਸ ਬਿਊਰੋ ਚੰਡੀਗੜ੍ਹ ਵਿੱਚ ਮੋਹਾਲੀ ਵਿਖੇ ਅਸੀਂ ਆਪਣੀ ਪੂਰੇ ਪੰਜਾਬ ਦੀ ਕੰਪਲੇਂਟ ਦਿੱਤੀ, ਜਿਸ ਤੇ 9 ਜੂਨ ਨੂੰ ਸਾਡੀ ਇਨਕੁਆਇਰੀ ਮਾਰਕ ਹੋ ਗਈ ਇੱਥੇ ਲਈ ਲੁਧਿਆਣਾ ਲਈ। ਲੁਧਿਆਣਾ ਇਹਨਾਂ ਨੇ ਇੱਕ ਪ੍ਰੋਪਰ ਇਨਕੁਆਇਰੀ ਕਰਕੇ ਲਗਭਗ 2.5 ਮਹੀਨੇ ਦਾ ਸਮਾਂ, 2.5 ਮਹੀਨੇ ਦਾ ਸਮਾਂ ਖਰਚ ਕੇ 16 ਅਗਸਤ ਨੂੰ ਇੱਕ FIR ਦਰਜ ਕੀਤੀ ਜਾਂਦੀ ਹੈ ਪਹਿਲਾਂ ਠੇਕੇਦਾਰ ਤੇਲੂ ਰਾਮ ਤੇ। ਪਰ ਕਹਿੰਦੇ ਕਿ ਤੇਲੂ ਰਾਮ ਕਹਿੰਦਾ ਕਿ ਮੈਂ ਮੰਤਰੀ ਆਸ਼ੂ ਨੂੰ, ਜਿਹੜੇ ਪੂਰਵ ਮੰਤਰੀ ਰਹਿ ਚੁੱਕੇ, ਕਿ ਉਹਨੂੰ ਮੈਂ ਜਾਣਦਾ ਹੀ ਨਹੀਂ ਕਿ ਉਹ ਕੌਣ ਹੈ, ਨਾ ਮੈਂ ਕਦੀ ਮਿਲਿਆ ਉਹਨਾਂ ਨੂੰ। ਬਿਲਕੁਲ ਝੂਠ ਬੋਲਦਾ। ਤੇਲੂ ਰਾਮ ਦੀਆਂ ਬਹੁਤ ਫੋਟੋਆਂ ਉਹਨਾਂ ਨਾਲ। ਤੇਲੂ ਰਾਮ ਉਹਨਾਂ ਦੇ ਘਰੇ ਦੀਵਾਲੀ ਵੀ ਦੇਣ ਗਿਆ। ਤੇਲੂ ਰਾਮ ਅਲੱਗ-ਅਲੱਗ ਟਾਈਮਾਂ ਤੇ ਵੀ ਮਿਲਦਾ ਰਿਹਾ। ਤੇਲੂ ਰਾਮ ਦੇ ਹੋਰ ਬਹੁਤ ਐਵੀਡੈਂਸ ਹੈ, ਅਸੀਂ ਵੀ ਦੇਖਣਾ ਚਾਹੁੰਦੇ ਹਾਂ ਉਹ ਕਿੰਨਾ ਕੁ ਝੂਠ ਬੋਲਦਾ। ਸਮੇਂ ਆਉਣ ਤੇ ਅਸੀਂ ਸਭ ਸੱਚ ਸਾਹਮਣੇ ਜਗ ਜ਼ਾਹਿਰ ਕਰ ਦਾਂਗੇ। ਉਹ ਇਸ ਤੋਂ ਇੱਦਾਂ ਝੂਠ ਬੋਲ ਕੇ ਬਚ ਨਹੀਂ ਸਕਦਾ। ਉਹ ਕਹਿੰਦੇ ਕਿ ਇੰਟੈਰੋਗੇਟ ਇੰਨਾ ਕੀਤਾ ਜਾ ਰਿਹਾ ਕਿ ਆਸ਼ੂ ਦੇ ਖਿਲਾਫ ਇੱਕ ਡਾਇਰੀ ਕਹਿੰਦੇ ਲਾ ਲਈ। ਇੱਕ ਡਾਇਰੀ ਦੀ ਗੱਲ ਬੜੀ ਆਈ ਹੈ ਕਿ ਡਾਇਰੀ ਦੇ ਵਿੱਚ ਗੱਲਾਂ ਲਿਖੀਆਂ ਤੇ ਆਸ਼ੂ ਬਾਰੇ ਕਿਹਾ ਜਾ ਰਿਹਾ, ਪਰ ਉਹ ਕਹਿੰਦਾ ਕਿ ਮੈਂ ਆਸ਼ੂ ਨੂੰ ਜਾਣਦਾ ਨਹੀਂ। ਉੱਥੇ ਜਿਹੜਾ ਕੀ ਹੈ ਕਿਹਾ ਗਿਆ ਅਦਾਲਤ ਦੇ ਵਿੱਚ। ਸਰ ਦੇਖੋ, ਇਨਵੈਸਟੀਗੇਸ਼ਨ ਦਾ ਪਾਰਟ ਹੈ, ਡੈਰੀ ਹੈ ਕੀ ਨਹੀਂ, ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਉਹ ਵਿਜੀਲੈਂਸ ਜਾਣਦੀ ਹੈ, ਉਹ ਆਪਣੇ ਆਪ ਇਹਦੇ 'ਤੇ ਕੰਮ ਕਰਨਗੇ। ਜਿਹੜੀ ਗੱਲ ਹੈ ਉਹ ਮੰਤਰੀ ਨੂੰ ਜਾਣਦਾ ਸੀ 100%, ਨੋ ਡਾਊਟ। ਇੱਥੇ ਉਹ ਬਿਲਕੁਲ ਝੂਠ ਬੋਲ ਰਿਹਾ। ਉਹਨੇ ਖੁਦ ਦੇ ਸੈਂਟਰਾਂ ਦੀ ਔਰ ਅਦਰ ਸੈਂਟਰਾਂ ਤੋਂ ਕਲੈਕਸ਼ਨ ਕਰਕੇ ਦਿੱਤੀ ਹੈ ਜੀ। ਜੇ ਗੱਲ ਕਰੀਏ ਕਿੰਨੇ ਕਰੋੜਾਂ ਦਾ ਘੁਟਾਲਾ ਸੀਗਾ ਇਹ ਜਿਹੜਾ ਹੋਇਆ? ਤੁਸੀਂ ਮੈਂ ਤੁਹਾਨੂੰ ਤੇਲੂ ਰਾਮ ਜੀ ਮੂਹਰੇ ਗੱਲ ਕਹਿਣਾ ਚਾਹੂੰਗਾ, ਕਦੇ ਚੋਰ ਨੇ ਵੀ ਕਿਹਾ ਮੈਂ ਚੋਰੀ ਕੀਤੀ ਆ, ਕਦੇ ਕ੍ਰਾਈਮ ਕਰਨ ਵਾਲੇ ਨੇ ਕਿਹਾ ਮੈਂ ਕ੍ਰਾਈਮ ਕੀਤਾ। ਇਹ ਉਹਦਾ ਤਰੀਕਾ ਹੁੰਦਾ ਕੋਰਟ ਦੇ ਵਿੱਚ ਬਚਣ ਦਾ। ਠੀਕ ਹੈ, ਹੋਰ ਵੀ ਠੇਕੇਦਾਰ ਦੁਨੀਆ 'ਚ ਤੁਰੇ ਫਿਰਦੇ ਆ, ਉਹਨਾਂ ਨੂੰ ਨਹੀਂ ਹੱਥ ਆ ਗਿਆ, ਉਹਨਾਂ ਤੱਕ ਗੱਲ ਨਹੀਂ ਆ ਗਈ। ਵਿਜੀਲੈਂਸ ਕੋਈ ਚੱਲਦੀ ਫਿਰਦੀ ਸੰਸਥਾ ਥੋੜ੍ਹੀ ਹੈ ਜਿਹਨੇ ਜਾ ਕੇ ਇੱਕ ਕੰਪਲੇਂਟ 'ਤੇ ਪਰਚਾ ਦਿੱਤਾ। ਜਿਨ੍ਹਾਂ ਨੇ 2.5 ਮਹੀਨੇ ਇਨਕੁਆਇਰੀ ਕੀਤੀ ਹੈ, ਡਿਪਾਰਟਮੈਂਟ ਨੂੰ ਬੁਲਾਇਆ, ਫਾਈਲਾਂ ਖੰਗਾਲੀਆਂ ਨੇ, ਰੇਟ ਚੈੱਕ ਕੀਤੇ ਨੇ, ਤਾਂ ਹੀ ਕੀਤਾ ਹੈ ਨਾ ਉਹਨਾਂ ਨੇ। ਤੇ ਕੀ ਸੀਗਾ ਸੈਕੰਡ ਸਵਾਲ ਤੁਹਾਡਾ? ਸਵਾਲ ਮੇਰਾ ਇਹ ਸੀਗਾ ਕਿ ਜਿਹੜਾ ਤੇਲੂ ਰਾਮ ਦੀ ਤੁਸੀਂ ਗੱਲ ਦੱਸਤੀ ਕਿ ਉਹ ਕਹਿੰਦਾ ਕਿ ਮੈਂ ਜਾਣਦਾ ਨਹੀਂ, ਤੇ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਕਿ ਉਹਦੀਆਂ ਫੋਟੋਆਂ ਬਹੁਤ ਹੈ, ਉਹਦੇ 'ਚ ਅਲੱਗ-ਅਲੱਗ ਐਵੀਡੈਂਸ ਹੈ। ਤੇ ਜਿਹੜੀ ਤੁਸੀਂ ਪਹਿਲੀ ਸ਼ਿਕਾਇਤ ਦਿੱਤੀ ਸੀ, ਉਹ ਪਹਿਲੀ ਸ਼ਿਕਾਇਤ ਦਿੱਤੀ ਕਿਹਨੂੰ ਸੀਗੀ? ਪਹਿਲੀ ਸ਼ਿਕਾਇਤ ਅਸੀਂ ਵਿਜੀਲੈਂਸ ਬਿਊਰੋ ਪੰਜਾਬ ਨੂੰ ਦਿੱਤੀ ਹੈ ਮੋਹਾਲੀ ਵਿਖੇ। ਨਹੀਂ, ਜਦੋਂ ਕਾਂਗਰਸ ਦੀ ਸਰਕਾਰ ਸੀ ਉਸ ਵੇਲੇ ਕਿਹਨੂੰ ਦਿੱਤੀ ਸੀ? ਉਸ ਟਾਈਮ ਸ਼ਿਕਾਇਤ ਨਹੀਂ ਸੀ ਦਿੱਤੀ, ਕਿਉਂਕਿ ਕੋਈ ਸੁਣਵਾਈ ਨਹੀਂ ਸੀ ਹੁੰਦੀ। ਅਸੀਂ ਪਹਿਲਾਂ ਇਹਨੂੰ ਸਿਵਲ ਮੈਟਰ ਸੀ, ਅਸੀਂ ਇਹਨੂੰ ਕੋਰਟ ਦੇ ਤਰੀਕੇ ਨਾਲ ਟਰੀਟ ਕਰਦੇ ਰਹੇ, ਪਰ ਕੋਰਟ ਦੇ ਵਿੱਚ ਇਹ ਸਮਾਰਟ ਸੀਗੇ, ਤੇਜ਼ ਸੀਗੇ, ਇਹ ਲੀਗਲੀ ਬੈਨੀਫਿਟ ਲੈਣ ਦੀ ਕੋਸ਼ਿਸ਼ ਕਰਦੇ ਰਹੇ, ਜੋ ਇਹਨਾਂ ਨੇ ਆਪਣੇ ਢੰਗ ਨਾਲ ਲਿਆ ਵੀ। ਫਿਰ ਅਸੀਂ ਇਹ ਸੋਚਿਆ ਵੀ ਇਹਦੇ ਤੇ ਪਹਿਲਾਂ ਅਸੀਂ ਇੱਕ ਸੋਲਿਡ ਐਵੀਡੈਂਸ ਪ੍ਰੂਫ ਇਕੱਠੇ ਕਰੀਏ, ਫਿਰ ਇੱਕ ਸੋਲਿਡ ਗੱਲ ਕਰੀਏ, ਫਿਰ ਅਸੀਂ ਉਹਦੇ ਤੇ ਕੰਮ ਕੀਤਾ। ਜਦੋਂ ਇਹ ਸਾਰਾ ਕੁਝ ਹੋਇਆ, ਉਹ ਸਭ ਕੁਝ ਜਾਂਚ ਕੇ ਪਰਖ ਕੇ ਹੀ ਵਿਜੀਲੈਂਸ ਨੇ ਸਟੈਪ ਚੁੱਕਿਆ। ਤੇ ਘੁਟਾਲਾ ਕਿੰਨੇ ਕੁ ਕਰੋੜਾਂ ਦਾ ਇਹ ਘੁਟਾਲਾ ਹੈ? ਮੇਰੇ ਅੰਦਾਜ਼ੇ ਨਾਲ ਜੀ ਪੂਰੇ ਪੰਜਾਬ ਦੇ ਵਿੱਚ 1500 ਤੋਂ 2000 ਕਰੋੜ ਦਾ ਮੇਰੀ ਕੰਪਲੇਂਟ ਦੇ ਵਿੱਚ। ਬਾਕੀ ਜਾਂਚ ਦਾ ਵਿਸ਼ਾ, ਥੋੜਾ ਘੱਟ ਹੋ ਸਕਦਾ, ਥੋੜਾ ਵੱਧ ਹੋ ਸਕਦਾ, ਉਹ ਸਮੇਂ ਦੀ ਗੱਲ ਹੈ। ਜੇ ਲੰਬਾ ਸਮਾਂ ਚੱਲਦਾ ਤਾਂ ਇਹ ਜਿੱਦਾਂ ਕਿ ਹੁਣ ਕਈ ਲੋਕ ਕਹਿੰਦੇ ਨੇ ਹਜ਼ਾਰਾਂ ਕਰੋੜ, ਇਹਨੇ ਹਜ਼ਾਰਾਂ ਕਰੋੜ 'ਚ ਜਾਣਾ ਸੀ ਜੇ ਆਵਾਜ਼ ਨਾ ਉੱਠਦੀ। ਇੱਕ ਨਾਮ ਵਿੱਚ ਆ ਰਿਹਾ ਮੀਨੂ ਮਲਹੋਤਰਾ, ਕਿ ਉਹ ਫਰਾਰ ਹੈ, ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੀਨੂ ਮਲਹੋਤਰਾ ਦਾ ਕੀ ਰੋਲ ਹੈ ਇਸ ਦੇ ਵਿੱਚ? ਮੀਨੂ ਮਲਹੋਤਰਾ ਜੀ ਦੇ ਸੰਬੰਧ ਤੇਲੂ ਰਾਮ ਜੀ ਨਾਲ ਸੀਗੇ। ਮੀਨੂ ਮਲਹੋਤਰਾ ਜੀ ਦੇ ਥਰੂ ਹੀ ਤੇਲੂ ਰਾਮ ਮੰਤਰੀ ਜੀ ਨਾਲ ਮਿਲਿਆ, ਇਹ ਸੰਬੰਧ ਹੈ ਇਹਨਾਂ ਦਾ।
ਬਾਕੀ ਇਨਵੈਸਟੀਗੇਸ਼ਨ 'ਚ ਆ, ਉਹਦੇ 'ਚ ਦੱਸਣਗੇ ਉਹਨੇ ਕੀ ਕਿਹਾ ਕੀ ਨਹੀਂ, ਉਹਦੇ 'ਚ ਪਤਾ ਲੱਗੇਗਾ। ਜੀ ਗੱਲ ਕਰੀਏ ਤੁਸੀਂ ਕਿਹਾ ਕਿ ਕੋਰਟ ਦਾ ਜਦੋਂ ਇਹਨਾਂ ਦੀ ਸਰਕਾਰ ਸੀ ਬਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਪਿੱਛੇ ਜੇ ਇੱਕ ਆਡੀਓ ਵੀ ਵਾਇਰਲ ਹੋਈ ਸੀਗੀ ਸਾਬਕਾ ਡੀਐਸਪੀ ਦੇ ਨਾਲ, ਤੈਨੂੰ ਇਹੀ ਕਿਹਾ ਗਿਆ ਸੀਗਾ ਕਿ ਕਹਿ ਦੇ ਕੋਰਟ ਨੂੰ ਕਿ ਮੰਤਰੀ ਨਹੀਂ ਮੰਨਦਾ। ਸਰ ਦੇਖੋ, ਇਹ ਪਰਮਾਤਮਾ ਦੇ ਰੰਗ ਹੈ। ਵਾਹਿਗੁਰੂ ਭਗਵਾਨ ਤੁਹਾਨੂੰ ਇੱਕ ਤਾਕਤ ਬਖਸ਼ਦਾ, ਉਹਦਾ ਸਨਮਾਨ ਕਰਨਾ ਚਾਹੀਦਾ, ਉਹਦਾ ਸਹੀ ਇਸਤੇਮਾਲ ਕਰਨਾ ਚਾਹੀਦਾ। ਜਦੋਂ ਤੁਸੀਂ ਉਹਦਾ ਗਲਤ ਇਸਤੇਮਾਲ ਕਰੋਗੇ ਤਾਂ ਤੁਸੀਂ ਕਿਸੇ ਦਿਨ ਗਲਤ ਚੱਕਰ 'ਚ ਫਸ ਜਾਓਗੇ, ਜੋ ਕਿ ਹੋਇਆ ਵੀ ਇਹਨਾਂ ਨੇ। ਸਾਨੂੰ ਸੁਣ, ਅਸੀਂ ਕਿਸੇ ਦਾ ਪੱਖ ਨਹੀਂ ਰੱਖ ਰਹੇ, ਪਰ ਸਾਨੂੰ ਸੁਣ 'ਚ ਇੱਦਾਂ ਲੱਗਿਆ ਵੀ ਇਹਨਾਂ ਨੇ ਡਿਪਟੀ ਸਾਹਿਬ ਨਾਲ ਗਲਤ ਕੀਤਾ, ਮੰਤਰੀ ਸਾਹਿਬ ਨੇ। ਦੂਸਰੇ ਨੰਬਰ 'ਤੇ ਕੋਰਟ ਦੀ ਅਵਮਾਨਨਾ ਕੀਤੀ। ਜਿਸ ਕੋਰਟ ਨੂੰ ਕਹਿੰਦੇ ਸੀ ਜਾ ਕੇ ਕੋਰਟ ਨੂੰ ਕਹਿ ਦਿਓ ਮੰਤਰੀ ਨਹੀਂ ਮੰਨਦਾ, ਉਸ ਕੋਰਟ ਕੋਲ ਹੀ ਸ਼ਰਨ ਲੈਣੀ ਪਈ ਜਾ ਕੇ। ਕੀ ਹੋਇਆ ਫਿਰ? ਸੰਸਾਰ ਦੇ ਵਿੱਚ ਇਨਸਾਨ ਨੂੰ ਕੁਝ ਤਾਕਤਾਂ ਮਿਲਦੀਆਂ ਨੇ ਅੱਛੇ ਕੰਮ ਕਰਨ ਲਈ, ਅੱਛੇ ਕੰਮ ਕਰਨੇ ਚਾਹੀਦੇ ਆ। ਜੇ ਆਪਾਂ ਉਹਦਾ ਮਿਸਯੂਜ਼ ਕਰਾਂਗੇ ਤਾਂ ਆਪਾਂ ਬਹੁਤ ਬੜੀ ਪ੍ਰੋਬਲਮ 'ਚ ਪੈ ਜਾਵਾਂਗੇ, ਜੋ ਕਿ ਹੋ ਰਿਹਾ। ਕਹਿੰਦੇ ਕਿ ਜਦੋਂ ਬੰਦਾ ਪੌੜੀ ਉੱਪਰ ਚੜ੍ਹਦਾ ਰਹਿੰਦਾ ਕਿ ਜੇ ਬੰਦਾ ਜ਼ਿਆਦਾ ਉੱਪਰ ਪੌੜੀ ਚੜ੍ਹ ਜਾਂਦਾ ਹੈ ਕਿ ਉਹਨੂੰ ਹੰਕਾਰ ਆ ਜਾਂਦਾ ਆਪਣੀ ਇਸ ਚੀਜ਼ ਦਾ। ਜਿੱਦਾਂ ਕੋਈ ਕੌਂਸਲਰ ਬੰਦਾ, ਫਿਰ ਐਮਐਲਏ ਬੰਦਾ, ਫਿਰ ਮੰਤਰੀ ਤੱਕ ਪਹੁੰਚਦਾ, ਫਿਰ ਜਿਹੜਾ ਉਹਦੇ ਸਾਹਮਣੇ ਬੰਦਾ ਖੜਾ ਹੁੰਦਾ ਆਮ ਇਨਸਾਨ, ਜਾਂ ਉਹ ਪੁਲਿਸ ਅਫਸਰ ਲਾ ਲਓ ਜਾਂ ਹੋਰ ਆਮ ਇਨਸਾਨ ਲਾ ਲਓ, ਤੇ ਉਹਨੂੰ ਉਹਦੇ 'ਚ ਫਿਰ ਫਰਕ ਜਿਹੜਾ ਕਿ ਜ਼ਿਆਦਾ ਦਿਖਾਈ ਦੇ ਰਿਹਾ। ਸਰ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਪੌੜੀ ਲਾਉਣ ਦਾ, ਤੁਸੀਂ ਇੱਕ ਬੇਸਿਕਲੀ ਲੌਜਿਕ ਸਾਇੰਸ ਸਮਝੋ। ਜਿੰਨਾ ਤੁਸੀਂ ਹਾਈਟ 'ਤੇ ਜਾਓਗੇ ਨਾ, ਤੁਹਾਨੂੰ ਥੱਲੇ ਵਾਲੀ ਚੀਜ਼ ਉਨੀ ਛੋਟੀ ਦਿਖਣੀ ਸ਼ੁਰੂ ਹੋ ਜਾਏਗੀ। ਮੈਂ ਤੁਹਾਡੇ ਸਾਹਮਣੇ ਖੜਾ ਤਾਂ ਮੈਂ ਤੁਹਾਡਾ ਪੂਰਾ ਰੂਪ ਦੇਖ ਸਕਦਾ। ਜੇ ਮੈਂ ਹਾਈਟ 'ਤੇ ਚਲਾ ਜਾਵਾਂਗਾ, ਜਿੰਨੀ ਹਾਈਟ 'ਤੇ ਜਾਂਦਾ ਜਾਊਂਗਾ, ਤੁਹਾਡਾ ਰੂਪ ਜਿਹੜਾ ਮੈਨੂੰ ਛੋਟਾ ਲੱਗਣ ਲੱਗ ਜਾਏਗਾ। ਐਕਚੁਅਲੀ 'ਚ ਰੂਪ ਛੋਟਾ ਹੁੰਦਾ ਨਹੀਂ ਹੈ, ਸਾਨੂੰ ਪ੍ਰਤੀਤ ਹੁੰਦਾ ਹਾਈਟ ਕਰਕੇ। ਜਦੋਂ ਤੁਸੀਂ ਹਾਈਟ 'ਤੇ ਉਤਰ ਆਉਂਦੇ ਹੋ, ਤੁਸੀਂ ਆ ਕੇ ਜੇ ਉਹੀ ਫੀਲਿੰਗ ਲਓ ਤਾਂ ਤੁਸੀਂ ਫਿਰ ਜ਼ਮੀਨ ਦੀ ਤਾਕਤਾਂ ਨਾਲ ਮੁਕਾਬਲਾ ਕਰਨਾ ਪੈਂਦਾ। ਦੇਖੋ, ਬੜੀ ਇੱਕ ਸਿੰਪਲ ਜਿਹੀ ਐਗਜ਼ਾਮਪਲ ਹੈ। ਇੱਕ ਪੰਛੀ ਕੁਦਰਤ ਨੇ ਉੱਡਣ ਲਈ ਬਣਾਇਆ, ਪਰ ਬੈਠਣ ਲਈ, ਸੌਣ ਲਈ, ਰਹਿਣ ਲਈ ਆਸਰਾ ਉਹ ਵੀ ਧਰਤੀ ਦਾ ਲੈਂਦਾ। ਇੱਕ ਇਨਸਾਨ ਤੁਰਨ ਲਈ, ਚੱਲਣ ਲਈ ਬਣਾਇਆ, ਉਹ ਹਮੇਸ਼ਾ ਹੀ ਸੁਪਨਿਆਂ ਵਿੱਚ ਉੱਡਦਾ। ਸੁਪਨਿਆਂ ਤੋਂ ਆ ਕੇ ਸਾਨੂੰ ਹਕੀਕਤ 'ਚ ਜੀਣਾ ਚਾਹੀਦਾ, ਸਮਝਣਾ ਚਾਹੀਦਾ ਕੀ ਸਹੀ ਹੈ ਕੀ ਗਲਤ ਹੈ, ਅੱਛੇ ਕੰਮ ਕਰਨੇ ਚਾਹੀਦੇ। ਆਪਾਂ ਇੱਕ ਅੱਛਾ ਸਮਾਜ ਦੀ ਸਿਰਜਣਾ ਹੋਵੇ ਜਿਹਦੇ ਨਾਲ ਸਭ ਨੂੰ ਬੈਨੀਫਿਟ ਮਿਲੇ। ਸਾਡੇ ਦੇਸ਼ ਵਿੱਚ ਇੰਨੀਆਂ ਦਿੱਕਤਾਂ ਕਿਉਂ ਨੇ? ਅਦਰ ਕੰਟਰੀ, ਯੂਰਪ ਕੰਟਰੀ ਦਾ ਆਪਾਂ ਜੇ ਕੰਪੈਰੀਜ਼ਨ ਕਰੀਏ, ਸਾਡੇ ਪੰਜਾਬ 'ਚ ਕਿਉਂ ਨੇ? ਕਿਉਂਕਿ ਇੱਥੇ ਇਹੀ ਸਾਰੀਆਂ ਪ੍ਰੋਬਲਮ ਨੇ। ਲੁੱਟ ਖਸੁੱਟ ਬਹੁਤ ਹੈ। ਜਿਹੜਾ ਤਾਂ ਸਰਕਾਰੀ ਹੈ ਉਹ ਤਾਂ ਸਾਡਾ ਹੈ, ਜਿਹੜਾ ਨੁਕਸਾਨ ਹੈ ਉਹ ਸਰਕਾਰ ਦਾ। ਇਹ ਸਿਸਟਮ ਜਿਹੜਾ ਇਹ ਗਲਤ ਹੈ, ਇਹ ਹੋਣਾ ਨਹੀਂ ਚਾਹੀਦਾ। ਰਵਨੀਤ ਬਿੱਟੂ ਦਾ ਬਿਆਨ ਸੀ, ਕਹਿੰਦੇ ਕਿ ਬਦਲਾਵ ਦੀ ਸਰਕਾਰ ਆਊਗੀ। ਕਹਿੰਦੇ ਬਦਲਾਵ ਦੀ ਨਹੀਂ, ਇਹ ਬਦਲੇ ਦੀ ਸਰਕਾਰ ਹੈ, ਇਹ ਬਦਲੇ ਲਿੱਤੇ ਜਾ ਰਹੇ ਆ। ਕਹਿੰਦੇ ਸਰ ਮੈਨੂੰ ਤਾਂ ਨਹੀਂ ਸਮਝ ਆਉਂਦੀ। ਰਵਨੀਤ ਬਿੱਟੂ ਜੀ ਇੱਕ ਬਹੁਤ ਮਾਣਯੋਗ ਜ਼ਿੰਮੇਦਾਰ ਐਮਪੀ ਹੋ ਕੇ, ਇੱਕ ਅੱਛੇ ਪਰਿਵਾਰ ਤੋਂ ਹੋ ਕੇ, ਉਹ ਸ਼ਾਇਦ ਇੰਨੀ ਗੈਰ ਜ਼ਿੰਮੇਦਾਰਾਂ ਨਾਲ ਗੱਲ ਕਰਦੇ ਆ। ਦੇਖੋ, ਇੱਕ ਜੈਨੂਅਨ ਬਿਡਰ ਹੈ ਅਸੀਂ, ਜੈਨੂਅਨ ਕੰਪਲੇਨਰ ਹੈ ਅਸੀਂ। ਸਾਡੀ ਕੰਪਲੇਂਟ 'ਤੇ ਕਾਰਵਾਈ ਉਹ 'ਚ ਸਰਕਾਰ ਕੀ ਕਰ ਰਹੀ ਹੈ? ਸਰਕਾਰ ਤਾਂ ਆਪਣਾ ਕੰਮ ਕਰਵਾ ਰਹੀ ਹੈ। ਕਿ ਉਹ ਸਰਕਾਰ ਅੱਛੀ ਹੁੰਦੀ ਕਿ ਜੇ ਸਾਡੀ ਕੰਪਲੇਂਟ ਨੂੰ ਦੱਬ ਦਿੱਤਾ ਜਾਂਦਾ? ਦੂਸਰੀ ਨੰਬਰ 'ਤੇ ਰਵਨੀਤ ਬਿੱਟੂ ਜੀ ਨੇ ਚੰਡੀਗੜ੍ਹ ਦੇ ਵਿੱਚ ਸਾਡੇ ਬਾਰੇ ਬਿਆਨ ਦਿੱਤਾ ਕਿ ਇਹ ਉਹ ਠੇਕੇਦਾਰ ਨੇ ਜਿਹੜੇ ਕੱਲ੍ਹ ਮੰਤਰੀ ਸਾਹਿਬ ਦੇ ਘਰ ਫਿਰਦੇ ਸੀ। ਇਹ ਬੋਲਿਆ ਉਹਨਾਂ ਨੇ, ਔਨ ਰਿਕਾਰਡ ਹੈ। ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਹੈ ਵੀ ਸਾਡੀ ਗੱਲ ਤਾਂ ਕਹਿਣ ਦੀ ਲੋੜ ਹੀ ਨਹੀਂ, ਰਵਨੀਤ ਬਿੱਟੂ ਜੀ ਨੇ ਫੋਲੋ ਹੀ ਕਰ ਦਿੱਤੀ। ਫਿਰ ਕਿਹੜੇ ਉਹ ਠੇਕੇਦਾਰ ਸੀ ਉਹ ਦੱਸਣ ਜਿਹੜੇ ਉਹਨਾਂ ਦੇ ਘਰੇ ਜਾਂਦੇ ਸੀ। ਉਹਨਾਂ ਨੇ ਸਾਡੀ ਗੱਲ ਨੂੰ ਸੱਚ ਸਾਬਿਤ ਕਰ ਦਿੱਤਾ। ਸੋ ਮੈਂ ਉਹਨਾਂ ਮੂਹਰੇ ਹੱਥ ਜੋੜ ਬੇਨਤੀ ਕਰੂੰਗਾ, ਬਿੱਟੂ ਜੀ ਤੁਸੀਂ ਬਹੁਤ ਹੀ ਇੱਕ ਅੱਛੇ ਪਰਿਵਾਰ ਤੋਂ ਹੋ, ਸ਼ਹੀਦ ਪਰਿਵਾਰ ਤੋਂ। ਤੁਸੀਂ ਇੱਕ ਜ਼ਿੰਮੇਵਾਰੀ ਨਾਲ ਬਿਆਨ ਦਿਓ। ਆਪਣੀ ਪਾਰਟੀ ਨਹੀਂ ਲੜਨਾ, ਤੁਹਾਡਾ ਹੱਕ ਬਣਦਾ, 100 ਵਾਰ ਲੜੋ, ਪਰ ਕਿਸੇ ਨੂੰ ਝੂਠਾ ਨਾ ਠਹਿਰਾਓ ਜਦ ਤੱਕ ਤੁਹਾਡੇ ਕੋਲੇ ਅਸਲੀ ਗੱਲ ਨਾ ਹੋਵੇ। ਅਸੀਂ 100% ਸੱਚ ਹੈ, ਸਹੀ ਹੈ। ਅਸੀਂ ਨਾ ਡਰਾਂਗੇ, ਨਾ ਦਬਾਂਗੇ, ਨਾ ਹਟਾਂਗੇ। ਅਸੀਂ ਆਪਣੀ ਲੜਾਈ ਲੜਾਂਗੇ, ਆਪਣੇ ਮੁਕਾਮ 'ਤੇ ਪਹੁੰਚਾਵਾਂਗੇ। ਸਾਡੇ ਹੱਕ ਦੀ, ਸਾਡੀ ਰੋਜੀ ਰੋਟੀ ਦੀ, ਸਾਡੇ ਕੈਰੀਅਰ ਦੀ, ਫਿਊਚਰ ਦੀ ਲੜਾਈ ਆ। ਅਸੀਂ ਉਹਨੂੰ ਦਿਲ ਨਾਲ ਲੜਾਂਗੇ। ਉਹ ਜਿਸ ਤਰ੍ਹਾਂ ਕਾਰਵਾਈ ਹੋ ਰਹੀ ਹੈ, 4 ਦਿਨ ਦਾ ਰਿਮਾਂਡ ਹੈ, ਇਹ ਜਿਹੜੀ ਇਹ ਕਾਰਵਾਈ ਕਿੱਦਾਂ ਦੀ ਦੇਖਦੇ ਹੋ ਕਿ ਵਿਜੀਲੈਂਸ ਵੱਲੋਂ ਸਹੀ ਤਰੀਕੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ? ਜੇ ਜਿੱਦਾਂ ਕਿਹਾ ਕਿ ਸਰਕਾਰ ਨੂੰ ਕਿਹਾ ਜਾ ਰਿਹਾ, ਜੇ ਹੋਰ ਸਰਕਾਰਾਂ ਹੁੰਦੀਆਂ ਤੇ ਇਹ ਕਾਰਵਾਈ ਹੁੰਦੀ? ਸਰ ਦੇਖੋ, ਮੈਂ ਕਿਸੇ ਹੋਰ ਸਰਕਾਰ 'ਤੇ ਸ਼ੇਖ ਚਿੱਲੀ ਤਾਂ ਹੈ ਨਹੀਂ ਮੈਂ ਸੁਪਨੇ ਲਾ ਕੇ ਦੱਸਾਂ। ਇਹ ਤਾਂ ਜੋ ਵਾਸਤਵਿਕਤਾ ਹੈ ਉਹਦੇ ਮੁਤਾਬਿਕ ਹੀ ਬੋਲੂੰਗਾ। ਇਸ ਸਰਕਾਰ ਨੂੰ ਇੱਕ ਅੱਛਾ ਮੈਂਡੇਟ ਮਿਲਿਆ। ਉਹਨਾਂ ਨੇ ਅੱਛੀ ਜ਼ਿੰਮੇਵਾਰੀ ਨਾਲ ਇਸ ਸਾਡੀ ਕੰਪਲੇਂਟ ਨੂੰ ਬਖੂਬੀ ਅੱਗੇ ਚਲਾਇਆ। ਹਲੇ ਤੱਕ ਵਿਜੀਲੈਂਸ 'ਤੇ ਕੋਈ ਦਬਾਅ ਨਹੀਂ ਆ। ਵਿਜੀਲੈਂਸ ਬਿਲਕੁਲ ਨਿਆਂਪੂਰਵਕ, ਬਿਨਾਂ ਦਬਾਅ 'ਤੇ ਸਹੀ ਟਾਈਮ 'ਤੇ ਸਹੀ ਕੰਮ ਕਰ ਰਹੀ ਹੈ। ਸਾਨੂੰ ਪੂਰਾ ਭਰੋਸਾ ਹੈ ਵਿਜੀਲੈਂਸ ਬਿਊਰੋ ਲੁਧਿਆਣਾ ਇਹਨੂੰ ਆਪਣੇ ਮੁਕਾਮ 'ਤੇ ਪਹੁੰਚਾ ਕੇ ਛੱਡੇਗੀ।
ਜੀ ਗੱਲ ਕਰੀਏ ਸਜ਼ਾ ਕਿਹੜੀ, ਉਹ ਸਜ਼ਾ ਕਿੰਨੀ ਤੁਹਾਨੂੰ ਕੀ ਲੱਗਦਾ ਕਿਹੜੀ ਸਜ਼ਾ ਜਿਹੜੀ ਹੈ ਮਿਲਣੀ ਚਾਹੀਦੀ? ਇੰਨਾ ਘੁਟਾਲਾ ਕੀਤਾ, ਇੰਨੇ ਕਰੋੜਾਂ ਦਾ ਘੁਟਾਲਾ ਕਰਤਾ, ਸਰਕਾਰ ਦੇ ਵਿੱਚ ਰਹਿ ਕੇ ਐਡੇ ਉਹ ਵੱਡੇ ਅਹੁਦੇ ਤੇ ਰਹਿ ਕੇ ਮੰਤਰੀ ਰਹਿ ਕੇ ਘੁਟਾਲੇ ਕੀਤੇ, ਕਿੱਦਾਂ ਦੀ ਜਿਹੜੀ ਹੈ ਸਜ਼ਾ ਮਿਲਣੀ ਚਾਹੀਦੀ? ਸਰ ਦੇਖੋ, ਸਜ਼ਾ ਦੀ ਜਿਹੜੀ ਗੱਲ ਹੈ ਨਾ, ਸਜ਼ਾ ਮੇਰੇ ਕਹਿਣ ਤੇ ਨਹੀਂ ਮਿਲਣੀ। ਜੋ ਇੰਡੀਆ ਦਾ ਸਿਸਟਮ ਹੈ, ਕਾਨੂੰਨੀ ਸਿਸਟਮ ਹੈ, ਅਦਾਲਤੀ ਸਿਸਟਮ ਹੈ, ਜੋ ਧਾਰਾਵਾਂ ਲੱਗੀਆਂ ਨੇ ਕਾਨੂੰਨ ਦੇ ਮੁਤਾਬਿਕ, ਉਹ ਜੋ ਬਣਦੀ ਸਜ਼ਾ ਉਹ ਦੇਣੀ ਹੈ ਉਹਨਾਂ ਨੇ। ਜੋ ਉਹਨਾਂ ਨੇ ਗੁਨਾਹ ਕੀਤੇ ਨੇ, ਜੁਰਮ ਕੀਤੇ ਨੇ, ਉਹਦੇ ਮੁਤਾਬਕ ਹੀ ਧਾਰਾਵਾਂ ਲੱਗੀਆਂ ਨੇ। ਸੋ ਧਾਰਾਵਾਂ ਦੇ ਮੁਤਾਬਿਕ ਲੱਗੇ, ਮੇਰੇ ਕਹਿਣ ਤੇ ਨਹੀਂ, ਜੋ ਕਾਨੂੰਨ ਦੇ ਮੁਤਾਬਿਕ ਬਣਦਾ ਉਹ ਮਿਲਣੀ ਚਾਹੀਦੀ ਹੈ। ਬਸ ਸਾਡਾ ਤਾਂ ਇੰਨਾ ਹੀ ਕਹਿਣਾ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵਿਜੀਲੈਂਸ ਦਫ਼ਤਰ ਦੇ ਬਾਹਰ ਖੜੇ ਹਾਂ, ਜਿੱਥੇ ਕਿ ਭਾਰਤ ਭੂਸ਼ਣ ਆਸ਼ੂ ਨੂੰ ਅਰੈਸਟ ਕਰਨ ਤੋਂ ਬਾਅਦ ਲਿਆਂਦਾ ਗਿਆ ਸੀ। ਜਿਹੜੀ ਕਾਂਗਰਸ ਦੀ ਪੂਰੀ ਲੀਡਰਸ਼ਿਪ ਵੀ ਇੱਥੇ ਪਹੁੰਚੀ ਹੋਈ ਹੈ ਤੇ ਜਿਨ੍ਹਾਂ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ, ਕਰੋੜਾਂ ਰੁਪਏ ਦਾ ਜਿਹੜਾ ਕਿ ਘੁਟਾਲਾ ਸੀ, ਉਸ ਨੂੰ ਲੈ ਕੇ ਸ਼ਿਕਾਇਤ ਦਿੱਤੀ ਗਈ ਸੀ ਤੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਜਿਹੜਾ ਕੀ ਹੈ ਨਾ ਦਬਾਂਗੇ ਨਾ ਹਟਾਂਗੇ, ਪੂਰੀ ਕਾਰਵਾਈ ਕਰਾ ਕੇ ਜਿਹੜੇ ਹੈ ਜਾਵਾਂਗੇ। ਤੇ ਇਹ ਵੀ ਕਿਹਾ ਗਿਆ ਕਿ ਵਿਜੀਲੈਂਸ ਵੱਲੋਂ ਬੜੀ ਵਧੀਆ ਕਾਰਵਾਈ ਕੀਤੀ ਜਾ ਰਹੀ ਹੈ, ਕੋਈ ਦਬਾਅ ਨਹੀਂ। ਸਰਕਾਰ ਨੂੰ ਵੀ ਕਿਹਾ ਗਿਆ ਕਿ ਸਰਕਾਰ ਵੱਲੋਂ ਵੀ ਜਿਹੜੀ ਹੈ ਪੂਰੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਤੇ ਲੁਧਿਆਣਾ ਦੇ ਵਿੱਚ ਵਿਜੀਲੈਂਸ ਦਫ਼ਤਰ ਦੇ ਅੰਦਰ ਜਿਹੜਾ ਕੀ ਹੈ ਭਾਰਤ ਭੂਸ਼ਣ ਆਸ਼ੂ ਨੂੰ ਜਿਹੜਾ ਕੀ ਹੈ ਲਿਆਂਦਾ ਗਿਆ ਸੀਗਾ ਤੇ 4 ਦਿਨ ਦਾ ਜਿਹੜਾ ਰਿਮਾਂਡ ਹੈ ਉਹ ਦਿੱਤਾ ਗਿਆ ਸੀ ਮਾਨਯੋਗ ਅਦਾਲਤ ਵੱਲੋਂ। ਤੇ ਹੁਣ ਐਤਵਾਰ ਵਾਲੇ ਦਿਨ ਜਿਹੜਾ ਕਿ ਦੁਬਾਰਾ ਪੇਸ਼ ਕੀਤਾ ਜਾਊਗਾ। ਜੁੜੇ ਰਹੋ ਸਕਰੋਲ ਪੰਜਾਬ ਦੇ ਨਾਲ। ਕੈਮਰਾਮੈਨ ਵਿੱਕੀ ਸ਼ਰਮਾ ਦੇ ਨਾਲ ਸੌਰਵ ਅਰੋੜਾ ਦੀ ਰਿਪੋਰਟ। ਧੰਨਵਾਦ।